ਲੇਖ 9 ਭਾਰਤ ਦੇ ਸੰਵਿਧਾਨ ਦਾ ਇਤਿਹਾਸਿਕ ਪਿਛੋਕੜ। ਸੰਵਿਧਾਨ ਕੁਝ ਨੇਤਾਵਾਂ ਦੀਆਂ ਕੁਝ ਸਮੇਂ ਦੀਆਂ ਬੌਧਿਕ ਚਰਚਾਵਾਂ ਦੇ ਆਧਾਰ ਤੇ ਲਿਖੀ ਗਈ ਸਿਰਫ ਇੱਕ ਕਿਤਾਬ ਨਹੀਂ ਹੈ। ਇਸ ਨੂੰ ਹਾਸਲ ਕਰਨ ਲਈ ਭਾਰਤ ਦੇ ਲੋਕਾਂ ਨੇ ਬਹੁਤ ਔਖਾ ਸਫ਼ਰ ਤੈਅ ਕੀਤਾ ਹੈ। ਇਸ ਲਈ ਸੰਵਿਧਾਨ ਤੇ ਬਹਿਸ ਹੋ ਸਕਦੀ ਹੈ, ਇਸ ਦੀ ਸੋਧ ਹੋ ਸਕਦੀ ਹੈ, ਪਰ ਇਸ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਸੰਵਿਧਾਨ ਨੂੰ ਸਹੀ ਰੂਪ ਵਿੱਚ ਸਮਝਣ ਲਈ ਇਹ ਜ਼ਰੂਰੀ ਹੈ ਕਿ ਇਹ ਜਾਣ ਲਿਆ ਜਾਏ ਕਿ ਆਪਣੇ ਸੰਵਿਧਾਨ ਤੱਕ ਪਹੁੰਚਣ ਲਈ ਭਾਰਤ ਦੀ ਜਨਤਾ ਕਿਹੜੇ-ਕਿਹੜੇ ਸੰਘਰਸ਼ਾਂ ਵਿੱਚੋਂ ਗੁਜ਼ਰੀ ਹੈ। ਵਪਾਰ ਦੇ ਉਦੇਸ਼ ਨਾਲ ਭਾਰਤ ਵਿੱਚ ਆ ਕੇ ਇਸ ਨੂੰ ਆਪਣੀ ਬਸਤੀ ਬਣਾ ਲੈਣਾ, ਗੁਲਾਮ ਬਣਾ ਲੈਣ ਵਾਲੀ ਈਸਟ ਇੰਡੀਆ ਕੰਪਨੀ ਨੇ ਸਿੱਧ ਕਰ ਦਿੱਤਾ ਸੀ ਕਿ ਵਪਾਰ ਰਾਹੀਂ ਭਾਰਤ ਜਿਹੇ ਵੱਡੇ ਦੇਸ਼ ਨੂੰ ਵੀ ਗੁਲਾਮ ਬਣਾਇਆ ਜਾ ਸਕਦਾ ਹੈ। ਲੇਖ 10 ਭਾਰਤ ਦੇ ਸੰਵਿਧਾਨ ਦਾ ਇਤਿਹਾਸਿਕ ਪਿਛੋਕੜ। ਭਾਰਤ ਦੇ ਰਾਜ ਲਈ ਬ੍ਰਿਟਿਸ਼ ਸਰਕਾਰ ਨੇ ਕਈ ਐਕਟਾਂ ਦਾ ਸਹਾਰਾ ਲਿੱਤਾ। ਭਾਰਤ ਦੇ ਸੰਵਿਧਾਨ ਦੇ ਵਿਕਾਸ ਨੂੰ ਸਮਝਣ ਲਈ ਇਹਨਾਂ ਤੇ ਝਾਤ ਮਾਰਨਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੇ 1833 ਵਿੱਚ ਚਾਰਟਰ ਐਕਟ ਆਇਆ। ਇਹਦੇ ਤਹਿਤ ਬ੍ਰਿਟਿਸ਼ ਖੇਤਰਾਂ ਲਈ ਵਿਧਾਨ ਪਰਿਸ਼ਦ ਦੀ ਸਥਾਪਨਾ ਦਾ ਪ੍ਰਬੰਧ ਕੀਤਾ ਗਿਆ ਅਤੇ ਗਵਰਨਰ ਜਨਰਲ ਦੀ ਸਰਕਾਰ ਨੂੰ ਭਾਰਤ ਦੀ ਸਰਕਾਰ ਆਖਿਆ ਜਾਣ ਲੱਗਾ। ਉਸ ਤੋਂ ਬਾਅਦ ਆਇਆ 1858 ਵਿੱਚ ਭਾਰਤ ਦੇ ਉੱਤਮ ਪ੍ਰਸ਼ਾਸਨ ਲਈ ਐਕਟ। ਇਸ ਦੇ ਅਧੀਨ ਭਾਰਤ ਦੀ ਹਕੂਮਤ ਈਸਟ ਇੰਡੀਆ ਕੰਪਨੀ ਤੋਂ ਲੈ ਕੇ ਬ੍ਰਿਟਿਸ਼ ਸਮਰਾਟ ਦੇ ਅਧੀਨ ਕਰ ਦਿੱਤੀ ਗਈ। 15 ਮੈਂਬਰੀ ਭਾਰਤ ਪਰਿਸ਼ਦ ਦੀ ਸਥਾਪਨਾ ਕੀਤੀ ਗਈ। ਰਾਜ ਖੇਤਰਾਂ ਨੂੰ ਸੂਬਿਆਂ ਵਿੱਚ ਵੰਡਿਆ ਗਿਆ ਅਤੇ ਹਰ ਇੱਕ ਰਾਜ ਦੇ ਲਈ ਗਵਰਨਰ ਜਾਂ ਲੈਫਟੀਨੈਂਟ ਗਵਰਨਰ ਦੀ ਨਿਯੁਕਤੀ ਕੀਤੀ ਗਈ। ਉਸ ਤੋਂ ਬਾਅਦ ਆਇਆ 1861 ਵਿੱਚ ਭਾਰਤ ਪਰਿਸ਼ਦ ਐਕਟ। ਸਥਾਨਕ ਲੋਕਾਂ ਨੂੰ ਕਾਰਜਕਾਰੀ ਪਰਿਸ਼ਦ ਵਿੱਚ ਸ਼ਾਮਲ ਕਰਨ ਦਾ ਪ੍ਰਬੰਧ ਕੀਤਾ ਗਿਆ ਅਤੇ ਇਹਨਾਂ ਮੈਂਬਰਾਂ ਦੀ ਚੋਣ ਗਵਰਨਰ ਦੁਆਰਾ ਹੀ ਕੀਤੀ ਜਾਂਦੀ ਸੀ, ਨਾ ਕਿ ਲੋਕਾਂ ਦੁਆਰਾ। ਇਸ ਲਈ ਇਹਨਾਂ ਵਿੱਚੋਂ ਕੋਈ ਵੀ ਲੋਕ ਪ੍ਰਤੀਨਿਧ ਨਹੀਂ ਸਨ। 1892 ਵਿੱਚ ਫਿਰ ਇੱਕ ਹੋਰ ਭਾਰਤ ਪਰਿਸ਼ਦ ਐਕਟ ਆਇਆ, ਜਿਸ ਵਿੱਚ ਪਹਿਲੇ ਜਿਹੜਾ 1861 ਵਿੱਚ ਐਕਟ ਪਾਸ ਕੀਤਾ ਗਿਆ ਸੀ ਉਸ ਵਿੱਚ ਸੋਧਾਂ ਕੀਤੀਆਂ ਗਈਆਂ ਅਤੇ ਪਹਿਲੀ ਵਾਰ ਚੋਣ ਪ੍ਰਣਾਲੀ ਲਾਗੂ ਕੀਤੀ ਗਈ। ਰਾਜ ਵਿਧਾਨ ਮੰਡਲ ਦੇ ਮੈਂਬਰਾਂ ਨੂੰ ਕੇਂਦਰੀ ਵਿਧਾਨ ਮੰਡਲ ਦੇ 5 ਮੈਂਬਰ ਚੁਣਨ ਦਾ ਅਧਿਕਾਰ ਦਿੱਤਾ ਗਿਆ। ਲੇਖ 11 ਭਾਰਤ ਦੇ ਸੰਵਿਧਾਨ ਦਾ ਇਤਿਹਾਸਿਕ ਪਿਛੋਕੜ। 1909 ਵਿੱਚ ਭਾਰਤ ਪਰਿਸ਼ਦ ਐਕਟ ਆਇਆ, ਜਿਸ ਵਿੱਚ ਕਿ ਗੈਰ ਸਰਕਾਰੀ ਸਥਾਨਕ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ। ਰਾਜ ਵਿਧਾਨ ਮੰਡਲਾਂ ਵਿੱਚ ਬ੍ਰਿਟਿਸ਼ ਬਹੁਮਤ ਘੱਟ ਹੋਇਆ, ਪਰ ਕੇਂਦਰੀ ਵਿਧਾਨ ਮੰਡਲ ਵਿੱਚ ਬ੍ਰਿਟਿਸ਼ ਬਹੁਮਤ ਕਾਇਮ ਰਿਹਾ। ਇਸੇ ਐਕਟ ਅਧੀਨ ਪਹਿਲੀ ਵਾਰ ਮੁਸਲਮਾਨ ਭਾਈਚਾਰੇ ਲਈ ਵੱਖਰੀ ਪ੍ਰਤੀਨਿਧਤਾ ਦਾ ਪ੍ਰਬੰਧ ਕੀਤਾ ਗਿਆ। ਉਸ ਦੇ ਬਾਅਦ 1915 ਵਿੱਚ ਆਇਆ ਭਾਰਤ ਸਰਕਾਰ ਐਕਟ। ਇਸ ਦੇ ਵਿੱਚ ਪਹਿਲੇ ਦੇ ਸਾਰੇ ਐਕਟਾਂ ਨੂੰ ਇਕੱਠਾ ਕਰ ਲਿੱਤਾ ਗਿਆ। ਇਸ ਨਾਲ ਕਾਰਜਪਾਲਿਕਾ, ਵਿਧਾਨ ਮੰਡਲ ਅਤੇ ਨਿਆਂਪਾਲਿਕਾ ਨਾਲ ਸੰਬੰਧਿਤ ਮੌਜੂਦਾ ਪ੍ਰਬੰਧ ਇੱਕੋ ਕਾਨੂੰਨ ਹੇਠਾਂ ਆ ਗਏ। ਭਾਰਤ ਸਰਕਾਰ ਐਕਟ 1919। ਇਸ ਐਕਟ ਦੇ ਤਹਿਤ ਰਾਜ ਦੇ ਹਰੇਕ ਵਿਭਾਗ ਵਿੱਚ ਵੱਧ ਤੋਂ ਵੱਧ ਭਾਰਤੀ ਲੋਕਾਂ ਨੂੰ ਸ਼ਾਮਲ ਕਰਨ ਦਾ ਪ੍ਰਬੰਧ ਕੀਤਾ। ਇਹਦੇ ਨਾਲ ਹੀ ਸੂਬਿਆਂ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ। ਰਾਜ ਦੇ ਵਿਸ਼ਿਆਂ ਨੂੰ ਕੇਂਦਰੀ ਅਤੇ ਸੂਬਾਈ ਵਿਸ਼ਿਆਂ ਵਿੱਚ ਵੰਡਿਆ ਗਿਆ ਅਤੇ ਸੂਬਾਈ ਵਿਸ਼ਿਆਂ ਨੂੰ ਟ੍ਰਾਂਸਫਰ ਅਤੇ ਰਾਖਵੇਂ ਵਿਸ਼ਿਆਂ ਵਿੱਚ ਵੰਡ ਦਿੱਤਾ ਗਿਆ। ਵਿਧਾਨ ਸਭਾ ਨੂੰ 2 ਸਦਨਾਂ ਵਿੱਚ ਵੰਡ ਕੇ ਰਾਜ ਪਰਿਸ਼ਦ ਅਤੇ ਵਿਧਾਨ ਸਭਾ ਦੀ ਸਥਾਪਨਾ ਕੀਤੀ ਗਈ। ਇਸ ਦੇ ਨਾਲ ਹੀ ਵੱਧ ਰਹੇ ਕ੍ਰਾਂਤੀਕਾਰੀਆਂ ਨੂੰ ਦਬਾਉਣ ਲਈ ਦ ਐਨਾਰਕਿਕਲ ਐਂਡ ਰੈਵੋਲਿਊਸ਼ਨਰੀ ਕ੍ਰਾਈਮਸ ਐਕਟ 1919 ਲਾਗੂ ਕੀਤਾ ਗਿਆ। ਇਸ ਐਕਟ ਦਾ ਵਿਆਪਕ ਵਿਰੋਧ ਹੋਇਆ ਅਤੇ ਗਾਂਧੀ ਜੀ ਦੀ ਅਗਵਾਈ ਹੇਠ 1 ਅਗਸਤ 1920 ਨੂੰ ਨਾ ਮਿਲਵਰਤਨ ਲਹਿਰ
नॉन कोऑपरेशन मूवमेंट की शुरुआत हुई। लेख 12 भारत के संविधान का इतिहासिक पिछोकड़। साइमन कमीशन अते भारत सरकार एक्ट 1935। भारत सरकार एक्ट 1919 की समीक्षा लई साल 1927 विच एक कमीशन का गठन किया गया जिसका नाम साइमन कमीशन रखा गया। इस कमीशन नूं कानून का रूप दे के भारत सरकार एक्ट 1935 के नाम नाल लागू किया गया। इहदे तहत कुल भारतीय संघ यानी ऑल इंडिया फेडरेशन प्रणाली की व्यवस्था की गई अते फरवरी 1937 विच सूबाई विधान मंडलों दीयां चोणां करवाईयां गईयां। इहदे विच मुसलमानां, सिख, यूरोपियां, ईसाइयां, एंग्लो इंडियना आदि लई वखरी प्रतिनिधिता का प्रबंध किया गया सी। भारत सुतंत्रता एक्ट 1947। इस एक्ट के तहत 15 अगस्त 1947 तो भारत एक अधीन राज नहीं रहा अते ब्रिटिश सम्राट नाल उसकी संधि उसे दिन खत्म हो गई अते भारत नूं सुतंत्र देश घोषित किया गया। सो इस तरह ये सारे एक्ट जिहड़े कि वख-वख समय ते पास किए गए जिन्हां दे अनुसार ब्रिटिश ने भारत ते राज किया, इन्हां बारे जानकारी दी गई और इन्हां लेखां विच तुसी ये जानकारी पढ़ के ये ज्ञान प्राप्त करोगे कि जिहड़ी व्यवस्था है अज भारत में जो व्यवस्था है वो बहुत पहले तो बनते अलग अलग रूप लेंदे हुए फिर भारत सुतंत्रता एक्ट 1947 के आके ख़त्म हो गई। उस दे बाद जिस तरह तुसी जानते हो कि भारत गणराज बनया 1950 विच और उस दौरान संविधान लिखा गया जिस बारे साडे दूजे लेखां विच गल कीती गई है। लेख 13 भारत के संविधान का इतिहासिक पिछोकड़। स्वतंत्र बस्तीवाद राष्ट्र भाव डोमिनियन स्टेटस बनाम पूर्ण स्वराज, इस बारे जानना बहुत ज़रूरी है। नवंबर 1927 विच भारत राज एक्ट की समीक्षा लई अते संविधानक सुधारां लई बनाई साइमन कमीशन विच एक भी भारतीय मैंबर नहीं सी जिस करके कमीशन का बहुत विरोध होया। कमीशन ने भारतीय समूहों नूं ब्रिटिश राज का डोमिनियन बनन का विकल्प दिता अते नाल ही अपना संविधान आप बनाउण दी भी चुनौती दी। दिसंबर 1927 विच मद्रास विखे भारतीय राष्ट्रीय कांग्रेस की कॉन्फ्रेंस विच साइमन कमीशन नाल ना मिलवर्तन अते संविधान बनाउण लई सारे राजनीतिक समूहों द्वारा एक संयुक्त सभा बनाउण दी फैसला किया गया। इस सभा ने अगस्त 1929 नूं डोमिनियन स्थिति नूं ध्यान विच रखते हुए 22 अध्याय अते 87 अनुच्छेद वाले संविधान की रिपोर्ट तैयार की। संविधान की इस रिपोर्ट विच बुनियादी हक्कां, प्रगटावे की आज़ादी, कानून अगे बराबरी, रोजी रोटी, धर्म अते विचार की सुतंत्रता आदि प्रबंध किए गए, पर इस दे विच घट गिणती वर्ग लई वख चोण मंडल का जिक्र नहीं सी, जिस करके मुस्लिम लीग ने इस रिपोर्ट नूं नामंजूर कर दिता। लेख 14 भारत के संविधान का इतिहासिक पिछोकड़। सन 1928-29 विच पेश किया गया एक खरड़ा बाद विच भारत के संविधान का महत्वपूर्ण प्रसंग बनिया। 19 विचों 10 हक बाद विच भारत के संविधान का हिस्सा बने जबकि 3 हक्कां नूं दिशा निर्देश दत्ता डायरेक्टिव प्रिंसिपल्स ऑफ द स्टेट पॉलिसी विच शामिल किया गया, पर भारत विच वड्डे पद्धर ते ब्रिटिश राज का हिस्सा बनन दे विकल्प नूं मना कर दिता गया। इस तो बाद 19 दिसंबर 1929 नूं कांग्रेस की बैठक विच पूर्ण स्वराज की मांग हुई। पूर्ण स्वराज का नारा सब तो पहला भगत सिंह ने लगाया सी। भारत के संविधान की सिरजना।
ਸਾਲ 1922 ਵਿੱਚ ਮਹਾਤਮਾ ਗਾਂਧੀ ਦੁਆਰਾ ਇਹ ਮੰਗ ਕੀਤੀ ਗਈ ਸੀ ਕਿ ਭਾਰਤ ਦਾ ਸੰਵਿਧਾਨ ਸਿਰਫ ਭਾਰਤੀ ਲੋਕਾਂ ਦੁਆਰਾ ਹੀ ਸਿਰਜਿਆ ਜਾਏਗਾ। ਸੰਵਿਧਾਨ ਸਭਾ ਦੀ ਸਥਾਪਨਾ ਸੂਬਾਈ ਵਿਧਾਨ ਸਭਾਵਾਂ ਦੇ ਮੈਂਬਰਾਂ ਦੁਆਰਾ ਅਸਿੱਧੀ ਚੋਣ ਨਾਲ ਹੋਈ ਸੀ। ਹਰ ਸੂਬੇ ਨੂੰ ਦੇਸੀ ਰਿਆਸਤਾਂ ਜਾਂ ਰਿਆਸਤਾਂ ਦੇ ਸਮੂਹ ਨੂੰ ਉਹਨਾਂ ਦੀ ਆਬਾਦੀ ਅਨੁਸਾਰ ਸੀਟਾਂ ਵੰਡੀਆਂ ਗਈਆਂ ਸਨ। ਸੰਵਿਧਾਨ ਸਭਾ ਦੀ ਪਹਿਲੀ ਬੈਠਕ 9 ਦਸੰਬਰ 1946 ਵਿੱਚ ਹੋਈ ਅਤੇ 26 ਨਵੰਬਰ 1949 ਨੂੰ ਸੰਵਿਧਾਨ ਤਿਆਰ ਕਰ ਲਿਆ ਗਿਆ। ਲੇਖ 15 ਭਾਰਤ ਦੇ ਸੰਵਿਧਾਨ ਦਾ ਇਤਿਹਾਸਿਕ ਪਿਛੋਕੜ। ਉਂਝ ਤਾਂ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ, ਪਰ ਨਾਗਰਿਕਤਾ, ਚੋਣ ਅਤੇ ਅੰਤਰਿਮ, ਅਸਥਾਈ ਜਾਂ ਆਰਜੀ ਸੰਸਦ ਨਾਲ ਸੰਬੰਧਿਤ ਪ੍ਰਬੰਧਾਂ ਅਤੇ ਅਸਥਾਈ ਪ੍ਰਬੰਧਾਂ ਨੂੰ ਤੁਰੰਤ ਹੀ ਮਤਲਬ 26 ਨਵੰਬਰ 1949 ਨੂੰ ਹੀ ਲਾਗੂ ਕਰ ਦਿੱਤਾ ਗਿਆ ਸੀ। ਬਾਕੀ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ। ਸੰਵਿਧਾਨ ਸਭਾ ਵਿੱਚ 30 ਮੈਂਬਰ ਅਨੁਸੂਚਿਤ ਜਾਤੀ ਦੇ ਸਨ ਅਤੇ 12 ਮਹਿਲਾ ਮੈਂਬਰ ਸਨ। ਇਹਨਾਂ ਵਿੱਚ ਵਕੀਲ ਅਤੇ ਕਾਨੂੰਨੀ ਵਿਦਵਾਨ ਵੀ ਸ਼ਾਮਿਲ ਸਨ। ਸਭਾ ਵਿੱਚ ਪਾਰਸੀ, ਐਂਗਲੋ ਇੰਡੀਅਨ, ਈਸਾਈ ਸਮੂਹਾਂ ਦੇ ਮੈਂਬਰ ਵੀ ਸਨ। ਸੰਵਿਧਾਨਕ ਰਾਜਨੀਤਿਕ ਸੁਤੰਤਰਤਾ ਮਤਲਬ ਹਰ ਵਿਅਕਤੀ ਨੂੰ ਵੋਟ ਪਾਉਣ ਦਾ ਹੱਕ ਤਾਂ ਦੇ ਹੀ ਰਿਹਾ ਸੀ, ਪਰ ਇਹ ਗੱਲ ਵੀ ਸਾਹਮਣੇ ਆਈ ਕਿ ਸਮਾਜਿਕ ਅਤੇ ਆਰਥਿਕ ਸੁਤੰਤਰਤਾ ਕਿਵੇਂ ਮਿਲੇਗੀ। ਲੇਖ 16 ਭਾਰਤ ਦੇ ਸੰਵਿਧਾਨ ਦਾ ਇਤਿਹਾਸਿਕ ਪਿਛੋਕੜ। ਭਾਰਤ ਦਾ ਸੰਵਿਧਾਨ ਰਾਜ ਦੀ ਮੁੱਢਲੀ ਇਕਾਈ ਦੇ ਰੂਪ ਵਿੱਚ ਪਿੰਡ ਜਾਂ ਬਸਤੀ ਨੂੰ ਕੇਂਦਰ ਨਹੀਂ ਮੰਨਦਾ। ਇਹ ਵਿਅਕਤੀ ਨੂੰ ਕੇਂਦਰ ਵਿੱਚ ਰੱਖਦਾ ਹੈ, ਮਤਲਬ ਨਾਗਰਿਕ ਸਭ ਤੋਂ ਉੱਪਰ ਹੈ। ਉਹ ਭਾਰਤ ਦੇ ਲੋਕਾਂ ਦੁਆਰਾ ਲੋਕਾਂ ਦੇ ਲਈ ਬਣਾਇਆ ਗਿਆ ਹੈ। ਸੰਵਿਧਾਨ ਕੀ ਹੈ? ਸੰਵਿਧਾਨ ਦੇ ਇਤਿਹਾਸਿਕ ਪਿਛੋਕੜ ਨੂੰ ਜਾਣ ਕੇ ਹੁਣ ਅਸੀਂ ਸਹੀ ਅਰਥਾਂ ਵਿੱਚ ਸਮਝ ਸਕਦੇ ਹਾਂ ਕਿ ਸੰਵਿਧਾਨ ਹੈ ਕੀ। ਸਾਡਾ ਦੇਸ਼ ਕਿਹਨਾਂ ਅਸੂਲਾਂ ਦੀ ਪਾਲਣਾ ਕਰੇਗਾ? ਸਾਡੇ ਰਾਜ ਦੇ ਬੁਨਿਆਦੀ ਸਿਧਾਂਤ ਕਿਹੜੇ ਹੋਣਗੇ? ਸਾਡੀ ਵਿਵਸਥਾ ਦੇ ਕਿਹੜੇ-ਕਿਹੜੇ ਹਿੱਸੇ ਹੋਣਗੇ? ਉਹਨਾਂ ਦੀਆਂ ਜ਼ਿੰਮੇਵਾਰੀਆਂ ਅਤੇ ਫਰਜ਼ ਕੀ ਹੋਣਗੇ? ਜੇ ਸੁਧਾਰ ਦੀ ਲੋੜ ਹੈ ਤਾਂ ਉਹ ਸੁਧਾਰ ਕਿਵੇਂ ਕੀਤੇ ਜਾਣਗੇ? ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਇੱਕ ਕਿਤਾਬ ਵਿੱਚ ਹੈ ਜਿਸ ਨੂੰ ਅਸੀਂ ਸੰਵਿਧਾਨ ਕਹਿੰਦੇ ਹਾਂ। ਇਸ ਦੀ ਪਾਲਣਾ ਕਰਨਾ ਸਮਾਜ ਅਤੇ ਸਰਕਾਰ ਦੋਹਾਂ ਲਈ ਜ਼ਰੂਰੀ ਹੈ ਔਰ ਦੇਸ਼ ਦੀ ਜਨਤਾ ਲਈ ਇਸ ਕਿਤਾਬ ਦੇ ਵਿੱਚ ਜੋ ਕੁਝ ਗਿਆਨ ਦਿੱਤਾ ਗਿਆ ਹੈ ਉਸ ਨੂੰ ਸਮਝ ਕੇ, ਉਸ ਨੂੰ ਜਾਣ ਕੇ ਹੀ ਆਪਣੇ ਲੋਕਤੰਤਰ ਦੀ ਰਾਖੀ ਕੀਤੀ ਜਾ ਸਕਦੀ ਹੈ, ਲੋਕਤੰਤਰ ਨੂੰ ਮਾਣਿਆ ਜਾ ਸਕਦਾ ਹੈ ਔਰ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਧੰਨਵਾਦ।